ਅਗਮ ਅਗੋਚਰ ਸਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾਂ। ਜਾ ਤੂੰ ਤੁਸੈ ਮਿਹਰਬਾਨ ਅਚਿੰਤ ਵਸੈ ਮਨ ਮਾਹੇ। ਜਾ ਤੂੰ ਤੁਸੈ ਮਿਹਰਬਾਨ ਨੌ ਨਿਜ ਘਰ ਮੈਂ ਪਾਏ। ਜਾ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਏ। ਜਾ ਤੂੰ ਤੁਸੈ ਮਿਹਰਬਾਨ ਤਾਂ ਨਾਨਕ ਸੱਚ ਸਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ। ਹਰ ਹਰ ਨਾਮ ਕਥਾ ਨਿਤ ਸੁਣੀਐ। ਮਿਲ ਸਤ ਸੰਗਤ ਹਰ ਗੁਣ ਗਾਏ। ਜਗ ਭਉ-ਜਲ ਦੁੱਤਰ ਤਰੀਐ ਜੀਓ। ਐਸਾ ਵਡਭਾਗਾ ਸਮਾਂ ਆਪਾਂ ਸਾਰਿਆਂ ਨੂੰ ਬਖਸ਼ਿਆ ਹੈ। ਗੁਰਬਾਣੀ ਦੀ ਜੋ ਲੜੀਵਾਰ ਕਥਾ ਇਸ ਪਾਵਨ ਸਥਾਨ ਤੇ ਚੱਲ ਰਹੀ ਹੈ। ਗੁਜਰੀ ਰਾਗ ਦੀ ਦੂਸਰੀ ਵਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 518 ਤੇ ਸਮੇਂ ਸਤਿਗੁਰੂ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਆ ਰਹੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਵਾਰ ਉਚਾਰਨ ਕੀਤੀ ਹੋਈ ਹੈ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਜੁੜ ਕਰਕੇ ਲਾਹਾ ਪ੍ਰਾਪਤ ਕਰੀਏ। ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਵਨ ਬਾਣੀ ਦੁਆਰਾ ਜੋ ਸਾਨੂੰ ਉਪਦੇਸ਼ ਕਰ ਰਹੇ ਨੇ, ਇੱਕ ਵਾਹਿਗੁਰੂ ਦੀ ਸਿਫਤ ਸਲਾਹ ਵਡਿਆਈ ਕਰਨ ਦਾ ਹੁਕਮ ਕਰ ਰਹੇ ਹਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਰੱਬੀ ਬਖਸ਼ਿਸ਼ਾਂ ਕਰ ਰਹੇ ਨੇ, ਸਾਂਝ ਪਾਈਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾਂ। ਜਾ ਤੂੰ ਤੁਸੈ ਮਿਹਰਬਾਨ ਅਚਿੰਤ ਵਸੈ ਮਨ ਮਾਏ। ਜਦੋਂ ਕੋਈ ਵੀ ਜਗਿਆਸੂ ਸਾਧਨਾ ਕਰਦਾ ਹੈ, ਸਿਮਰਨ ਕਰਦਾ ਹੈ, ਤਾਂ ਉਹਨੂੰ ਸਹਿਜੇ ਸਹਿਜੇ ਇਹ ਸਮਝ ਆ ਜਾਂਦੀ ਹੈ ਕਿ ਸਾਰਾ ਕੁਝ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਇਸ ਕਰਕੇ ਭਾਵੇਂ ਕੋਈ ਦੁਨਿਆਵੀ ਵਸਤੂ ਹੈ ਤੇ ਭਾਵੇਂ ਰੂਹਾਨੀਅਤ ਦੀ ਕੋਈ ਅਵਸਥਾ ਹੈ, ਉਹ ਸਭ ਵਾਹਿਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ। ਆਪਾਂ ਵੇਖੀਏ, ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ, ਉਹਦੀ ਬਖਸ਼ਿਸ਼ ਤੋਂ ਬਿਨਾਂ ਮਨੁੱਖ ਨੂੰ ਸੰਸਾਰ ਦੇ ਵਿੱਚ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਵਾਹਿਗੁਰੂ ਦੀ ਕਿਰਪਾ ਹੋਵੇ, ਬਖਸ਼ਿਸ਼ ਹੋਵੇ ਤਾਂ ਹੀ ਕੁਝ ਪ੍ਰਾਪਤੀ ਹੁੰਦੀ ਹੈ। ਮਹਾਰਾਜ ਇਹ ਵੀ ਬਚਨ ਕਰਦੇ ਨੇ ਕਿ ਜਿਹੜਾ ਜਗਿਆਸੂ ਹੈ ਉਹ ਸਦਾ ਵਾਹਿਗੁਰੂ ਵਿੱਚ ਸਮਰਪਿਤ ਹੋ ਕੇ ਲੀਨ ਹੋ ਜਾਂਦਾ ਹੈ। ਉਹਨੂੰ ਸਮਝ ਆ ਜਾਂਦੀ ਹੈ ਕਿ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਤਾਂ ਉਹਦੇ ਹਿਰਦੇ ਦੀ ਜਿਹੜੀ ਅਵਸਥਾ ਹੈ ਉਹ ਮਹਾਰਾਜ ਇੱਥੇ ਬਿਆਨ ਕਰ ਰਹੇ ਨੇ। ਜਦੋਂ ਕੋਈ ਗੁਰਮੁਖ ਰੱਬ ਦੇ ਨੇੜੇ ਹੁੰਦਾ ਹੈ ਤਾਂ ਉਹਦੇ ਹਿਰਦੇ ਦੀ ਕੀ ਅਵਸਥਾ ਹੈ, ਉਹਦੀ ਰਸਨਾ ਤੋਂ ਕੈਸੇ ਬੋਲ ਨਿਕਲਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਜਾ ਤੂੰ ਤੁਸੈ ਮਿਹਰਬਾਨ ਅਚਿੰਤ ਵਸੈ ਮਨ ਮਾਏ।
हे ਵਾਹਿਗੁਰੂ, ਜਦੋਂ ਤੂੰ ਪ੍ਰਸੰਨ ਹੁੰਦਾ ਹੈ, हे ਮਿਹਰਬਾਨ ਮਾਲਕ ਵਾਹਿਗੁਰੂ, ਜਦੋਂ ਤੂੰ ਬਖਸ਼ਿਸ਼ ਕਰਦਾ ਹੈ, ਪ੍ਰਸੰਨ ਹੁੰਦਾ ਹੈ, ਤਾਂ ਅਚਿੰਤ ਹੀ ਆ ਕੇ ਜਗਿਆਸੂ ਦੇ ਮਨ ਵਿੱਚ ਵਸ ਜਾਂਦਾ ਹੈ। ਵਾਹਿਗੁਰੂ ਪਰਮਾਤਮਾ, ਕਿਉਂਕਿ ਜਦੋਂ ਕੋਈ ਪਰਮਾਤਮਾ ਦੀ ਭਗਤੀ ਕਰਦਾ ਹੈ ਨਾ, ਤਾਂ ਉਹਦੇ ਅੰਦਰ ਕਈ ਧਿਆਨ ਦੇ, ਕਈ ਖਿਆਲ, ਕਈ ਫੁਰਨੇ ਚੱਲਦੇ ਹਨ, ਤੇ ਉਸ ਨੂੰ ਚਿੰਤਾ ਵੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਦੋਂ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਸਾਰੀਆਂ ਚਿੰਤਾਵਾਂ ਦਾ ਨਾਸ ਹੋ ਜਾਂਦਾ ਹੈ, ਬਖਸ਼ਿਸ਼ ਹੋ ਜਾਂਦੀ ਹੈ। ਤਾਂ ਉਹ ਵਾਹਿਗੁਰੂ ਮਨ ਵਿੱਚ ਆ ਕੇ ਵਸ ਜਾਂਦਾ ਹੈ। ਵਾਹਿਗੁਰੂ ਨੂੰ ਕੋਈ ਕਿਸੇ ਤਰ੍ਹਾਂ ਦੀ ਚਿੰਤਾ, ਕੋਈ ਫਿਕਰ ਨਹੀਂ ਹੈ, ਤੇ ਉਹ ਵਾਹਿਗੁਰੂ ਆਪਣੇ ਨਾਮ ਜਪਣ ਵਾਲੇ ਨੂੰ ਵੀ ਅਚਿੰਤ ਕਰ ਦਿੰਦਾ ਹੈ। ਕਿਸੇ ਤਰ੍ਹਾਂ ਦੀ ਚਿੰਤਾ ਨਹੀਂ, ਕਿਉਂਕਿ ਜਦੋਂ ਤੱਕ ਚਿੰਤਾ ਹੈ ਨਾ, ਸਾਡਾ ਮਨ ਸਮਾਧੀ ਲੀਨ ਨਹੀਂ ਹੋਵੇਗਾ। ਚਿੰਤਾ ਵਿੱਚ ਬੈਠਾ ਹੋਇਆ ਮਨੁੱਖ ਪਾਠ ਕਰ ਰਿਹਾ ਹੈ, ਉਹ ਰਸ ਨਹੀਂ ਆਵੇਗਾ, ਕਿਉਂਕਿ ਉਹਦੇ ਅੰਦਰ ਕੁਝ ਹੋਰ ਫਿਕਰ ਚੱਲ ਰਿਹਾ ਹੈ। ਤਾਂ ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਵਾਹਿਗੁਰੂ ਅਚਿੰਤ ਕਰ ਦਿੰਦਾ ਜੀਵ ਨੂੰ, ਤੇ ਮਨ ਵਿੱਚ ਆ ਕੇ ਵਸਦਾ ਹੈ ਉਹ ਵਾਹਿਗੁਰੂ ਨਿਰੰਕਾਰ। ਜਾਂ ਤੂੰ ਤੁਸੈ ਮਿਹਰਬਾਨ, ਨੌ ਨਿਧ ਘਰ ਮੈਂ ਪਾਏ। ਜਗਿਆਸੂ ਨੂੰ ਇਹ ਸਮਝ ਆ ਗਈ ਕਿ ਮੇਰੇ ਕੀਤੇ ਹੋਏ ਨਾਲ ਕੁਝ ਨਹੀਂ ਹੋਵੇਗਾ, ਸਾਰਾ ਕੁਝ ਉਸ ਵਾਹਿਗੁਰੂ ਦੀ ਖੁਸ਼ੀ ਦੇ ਵਿੱਚ ਹੈ। ਤੇ ਜਦੋਂ ਵਾਹਿਗੁਰੂ ਮਿਹਰਬਾਨ ਬਖਸ਼ਿਸ਼ ਕਰਦਾ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਉਹ ਨੌ ਨਿਧ ਵਾਹਿਗੁਰੂ ਦਾ ਨਾਮ, ਨੌ ਨਿਧ ਘਰ ਮੈਂ ਪਾਏ। ਨੌ ਨਿਧ ਨਾਮ ਸਰੀਰ ਰੂਪੀ ਘਰ ਦੇ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ, ਵਾ ਹਿਰਦੇ ਰੂਪੀ ਘਰ ਦੇ ਵਿੱਚ ਉਹ ਪ੍ਰਾਪਤ ਹੋ ਜਾਂਦਾ ਹੈ। ਹੈ ਤਾਂ ਹੈ, ਪਰ ਉਹ ਸਾਨੂੰ ਆਪਣੀ ਮੱਤ ਦੇ ਨਾਲ ਪ੍ਰਾਪਤ ਨਹੀਂ ਹੋਵੇਗਾ। ਜਿਵੇਂ ਖੇਤ ਦੇ ਵਿੱਚ, ਧਰਤੀ ਦੇ ਵਿੱਚ ਸਾਰਾ ਕੁਝ ਹੈ, ਪਰ ਉਹਦੀ ਮਰਿਆਦਾ ਸਿੱਖਣੀ ਪਵੇਗੀ। ਜਿਵੇਂ ਆਪਾਂ ਦੇਖੀਏ ਹੁਣ ਪੰਜਾਬ ਅਤੇ ਹਰਿਆਣੇ ਦੇ ਕਈ ਇਲਾਕਿਆਂ ਵਿੱਚ ਚੰਦਨ ਦੀ ਖੇਤੀ ਹੋਣ ਲੱਗ ਪਈ ਹੈ। ਚੰਦਨ ਦੀ ਲੱਕੜ ਸਭ ਨਾਲੋਂ ਜ਼ਿਆਦਾ ਮਹਿੰਗੀ ਹੁੰਦੀ ਹੈ, ਪਰ ਉਹਦੀ ਵੀ ਤਕਨੀਕ ਹੈ। ਹਰ ਇੱਕ ਕਾਰਜ ਦੇ ਕਰਨ ਦੀ ਮਰਿਆਦਾ ਸਿੱਖਣੀ ਪਵੇਗੀ। ਜੇ ਆਪਾਂ ਉਸ ਨੂੰ ਨਹੀਂ ਧਾਰਨ ਕਰਾਂਗੇ, ਸਫਲ ਨਹੀਂ ਹੋਵਾਂਗੇ। ਇਸੇ ਤਰ੍ਹਾਂ ਜਦੋਂ ਜਗਿਆਸੂ ਗੁਰਮਤਿ ਗੁਰੂ ਦੀ ਮੱਤ ਲੈ ਕੇ ਚੱਲਦਾ ਹੈ, ਨੌ ਨਿਧ ਨਾਮ ਵਾਹਿਗੁਰੂ ਦਾ ਉਹ ਅੰਦਰ ਪ੍ਰਾਪਤ ਹੋ ਜਾਂਦਾ ਹੈ। ਜਾਂ ਤੂੰ ਤੁਸੈ ਮਿਹਰਬਾਨ, ਤਾਂ ਗੁਰੂ ਕਾ ਮੰਤਰ ਕਮਾਏ। ਜਦੋਂ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਤਾਂ ਹੀ ਜੀਵ ਗੁਰੂ ਦਾ ਮੰਤਰ ਵੀ ਕਮਾਉਂਦਾ ਹੈ। ਸਾਰਾ ਕੁਝ ਭਾਵ ਗੁਰਮੁਖ ਨੂੰ ਇਸ ਗੱਲ ਦੀ ਸਮਝ ਆ ਗਈ। ਇੱਕ ਤਾਂ ਆਪਾਂ ਮੂੰਹ ਤੋਂ ਕਹਿੰਦੇ ਆ ਵੀ ਸਾਰਾ ਕੁਝ ਕਰਨ ਵਾਲਾ ਰੱਬ ਹੈ, ਇਹ ਗੱਲ ਕੁਝ ਹੋਰ ਹੈ, ਪਰ ਇੱਕ ਅੰਦਰ ਵਾਕਿਆ ਹੀ ਸਮਝ ਆ ਜਾਣੀ ਕਿ ਹਾਂ ਸਾਰਾ ਕੁਝ ਵਾਹਿਗੁਰੂ ਕਰ ਰਿਹਾ ਹੈ। ਤੇ ਉਸ ਸਮੇਂ ਫਿਰ ਗੁਰਮੁਖ ਜਗਿਆਸੂ ਸਮਾਧੀ ਲੀਨ ਹੋ ਜਾਂਦਾ ਹੈ, ਰਸ ਦੇ ਨਾਲ ਭਰ ਜਾਂਦਾ ਹੈ। ਜਿਵੇਂ ਘਰ ਦੇ ਵਿੱਚ ਕੋਈ ਵੱਡਾ ਬਜ਼ੁਰਗ ਕੰਮ ਕਰਨ ਵਾਲਾ ਹੈ, ਸਾਰੀ ਜ਼ਿੰਮੇਵਾਰੀ ਜਿਹਨੇ ਚੁੱਕੀ ਹੋਈ ਹੈ, ਤੇ ਘਰ ਦੇ ਵਿੱਚ ਕੋਈ ਫੰਕਸ਼ਨ ਰੱਖਿਆ ਹੋਵੇ, ਆਪਾਂ ਨੂੰ ਕੋਈ ਬਹੁਤਾ ਫਿਕਰ ਨਹੀਂ ਹੁੰਦਾ, ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਸਾਡਾ ਇਹ ਬਜ਼ੁਰਗ, ਇਹਨੇ ਸਾਰਾ ਕੰਮ ਕਰ ਲੈਣਾ ਹੈ, ਕੋਈ ਫਿਕਰ ਨਹੀਂ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਗਿਆਸੂ ਨੂੰ ਇਹ ਬੇਫਿਕਰੀ ਹੋ ਜਾਂਦੀ ਹੈ ਵੀ ਹਾਂ ਮੇਰਾ ਕੀਤਾ ਨਹੀਂ, ਸਾਰਾ ਕੁਝ ਕਰਨ ਵਾਲਾ ਉਹ ਮਾਲਕ ਵਾਹਿਗੁਰੂ ਹੈ। ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਰਹਿ ਜਾਂਦੀ। ਤੇ ਗੁਰੂ ਦਾ ਜਿਹੜਾ ਮੰਤਰ ਜਪਣਾ ਹੈ, ਸਿਮਰਨ ਕਰਨਾ, ਇਹ ਵੀ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਹੈ। ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਆਪਾਂ ਕਰ ਸਕਦੇ। ਇਸ ਕਰਕੇ ਗੁਰਮੁਖ ਨੂੰ ਇਹ ਸਮਝ ਆ ਜਾਂਦੀ ਹੈ
ਤਾਂ ਉਹ ਫਿਰ ਵਾਹਿਗੁਰੂ ਦਾ ਵਾਰ-ਵਾਰ ਸ਼ੁਕਰਾਨਾ ਕਰਦਾ ਹੈ, ਧੰਨਵਾਦ ਕਰਦਾ ਹੈ। ਜਾਂ ਤੂੰ ਤੁਸੈ ਮਿਹਰਬਾਨ ਤਾਂ ਨਾਨਕ ਸੱਚ ਸਮਾਏ। ਵਾਹਿਗੁਰੂ ਜਦੋਂ ਤੋਂ ਪ੍ਰਸੰਨ ਹੁੰਦਾ ਹੈ, ਮਿਹਰਬਾਨ ਮਾਲਕ, ਤਾਂ ਜਗਿਆਸੂ ਸੱਚ ਵਿੱਚ ਸਮਾ ਜਾਂਦਾ ਹੈ, ਭਾਵ ਤੇਰੇ ਵਿੱਚ ਲੀਨ ਹੋ ਜਾਂਦਾ ਹੈ ਜਦੋਂ ਤੂੰ ਬਖਸ਼ਿਸ਼ ਕਰਦਾ ਹੈ। ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਫਰਮਾਨ ਕਰ ਰਹੇ ਨੇ, ਕੀਤੀ ਬਹਿਣ ਬਹਿਣੇ ਮੁੱਚ ਵਜਾਇਨ ਵੱਜ। ਪਰ ਉਹ ਬਹੁਤ ਘੱਟ ਲੋਕ ਨੇ ਜਿਹੜੇ ਸਪੂਰਨ ਤੌਰ 'ਤੇ ਪਰਮਾਤਮਾ ਨੂੰ ਸਮਰਪਿਤ ਹੋ ਜਾਂਦੇ ਨੇ ਤੇ ਉਹ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਓਟ ਆਸਰਾ ਨਹੀਂ ਲੈਂਦੇ। ਪਰ ਬਹੁਤੀ ਦੁਨੀਆ ਉਹ ਬੰਦੇ ਦੇ ਆਸਰੇ 'ਤੇ ਚੱਲਦੀ ਹੈ। ਉਹ ਵੱਡੇ ਵੱਡੇ ਬੰਦਿਆਂ ਨਾਲ ਲੋਕ ਆਪਣਾ ਸੰਬੰਧ ਬਣਾਉਂਦੇ ਨੇ, ਦੋਸਤੀ ਮਿੱਤਰਤਾ ਬਣਾਉਂਦੇ ਨੇ। ਕੀਤੀ ਬਹਿਣ ਬਹਿਣੇ, ਉਹ ਵੱਡੇ ਵੱਡੇ ਲੋਕਾਂ ਕੋਲ ਜਾ ਕੇ ਬਹਿੰਦੇ ਨੇ ਤੇ ਸੋਚਦੇ ਨੇ ਅਸੀਂ ਬਹੁਤ ਦੁਨੀਆ ਵਿੱਚ ਮੱਲ ਮਾਰ ਲਈ ਹੈ, ਬੜੀ ਕਮਾਈ ਕਰ ਲਈ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕੀਤੀ ਬਹਿਣ ਬਹਿਣੇ ਮੁੱਚ ਵਜਾਇਨ ਵੱਜ। ਮੁੱਚ ਦਾ ਅਰਥ ਹੈ ਬਹੁਤ। ਇਸ ਤਰ੍ਹਾਂ ਦੇ ਝੂਠੇ ਦਾਅਵਿਆਂ ਦੇ ਵਾਜੇ ਵਜਾ ਕੇ ਪਤਾ ਨਹੀਂ ਕਿੰਨੇ ਕੁ ਦੁਨੀਆ ਤੋਂ ਚਲੇ ਗਏ। ਨਾਨਕ ਸੱਚੇ ਨਾਮ ਬਿਨ ਕਿਸੇ ਨ ਰਹੀਆ ਲੱਜ। ਸੱਚੇ ਨਾਮ ਤੋਂ ਬਿਨਾਂ ਕਿਸੇ ਦੀ ਇੱਜ਼ਤ ਨਹੀਂ ਰਹੀ। ਭਾਵੇਂ ਕਿਸੇ ਦਾ ਪ੍ਰਧਾਨ ਮੰਤਰੀ ਨਾਲ ਬੜਾ ਗੂੜਾ ਦੋਸਤੀ ਦਾ ਸੰਬੰਧ ਹੈ, ਭਾਵੇਂ ਕਿਸੇ ਨਾਲ ਹੈ, ਦੁਨੀਆ ਦੇ ਆਪਾਂ ਕਿਸੇ ਵੀ ਐਸਾ ਨਹੀਂ ਮਹਾਰਾਜ ਕਹਿੰਦੇ ਵੀ ਤੁਸੀਂ ਬੰਦਿਆਂ ਨਾਲੋਂ ਟੁੱਟ ਜਾਵੋ, ਪਰ ਓਟ ਆਸਰਾ ਕੇਵਲ ਵਾਹਿਗੁਰੂ ਦਾ ਲੈਣਾ ਹੈ। ਜਿਹੜੇ ਕਹਿੰਦੇ ਨੇ ਸਾਨੂੰ ਉਹਦਾ ਆਸਰਾ ਹੈ, ਮਹਾਰਾਜ ਕਹਿੰਦੇ ਐਸਾ ਮਨੁੱਖ ਫਿਰ ਬੰਦਗੀ ਨਹੀਂ ਕਰੇਗਾ, ਉਹਨੂੰ ਚਾਪਲੂਸੀ ਕਰਨ ਦੀ ਨਾ ਆਦਤ ਪੈ ਜਾਂਦੀ ਹੈ, ਉਹ ਫਿਰ ਵਾਹਿਗੁਰੂ ਦਾ ਨਾਮ ਨਹੀਂ ਜਪੇਗਾ। ਦੋ ਚੀਜ਼ਾਂ ਨੇ, ਜਾਂ ਤਾਂ ਵਾਹਿਗੁਰੂ ਦੀ ਸਿਫਤ ਸਲਾਹ ਹੋਏਗੀ ਤੇ ਜਾਂ ਫਿਰ ਆਪਾਂ ਦੁਨੀਆ ਦੀ ਖੁਸ਼ਾਮਦ ਕਰਾਂਗੇ, ਦੁਨੀਆ ਦੀ ਚਾਪਲੂਸੀ ਕਰਾਂਗੇ। ਜਿਹੜਾ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਵਾਲਾ ਹੈ ਉਹ ਦੁਨੀਆ ਦੀ ਚਾਪਲੂਸੀ ਨਹੀਂ ਕਰ ਸਕਦਾ, ਦੁਨੀਆ ਦੀ ਝੂਠੀ ਖੁਸ਼ਾਮਦ ਨਹੀਂ ਕਰ ਸਕਦਾ। ਤੇ ਤੁਸੀਂ ਵੇਖੋ, ਜਦੋਂ ਗੁਰਦੁਆਰਿਆਂ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ, ਕੋਈ ਬੰਦਾ ਚੜ੍ਹਾਈ ਕਰ ਜੇ ਨਾ ਤੇ ਐਵੇਂ ਦੋ ਚਾਰ ਚੌਧਰੀ ਆ ਜਾਣਗੇ, ਬੋਲਣ ਲੱਗ ਜਾਣਗੇ, ਸੱਚੇ ਪਾਤਸ਼ਾਹ ਦੇ ਕੋਲ ਖੜ ਕੇ ਝੂਠ ਬੋਲੀ ਜਾਣਗੇ ਕਿ ਬੰਦਾ ਬੜਾ ਚੰਗਾ ਸੀ, ਬੜਾ ਨੇਮੀ ਸੀ, ਬੜਾ ਪ੍ਰੇਮੀ ਸੀ। ਹਾਲਾਂਕਿ ਪਤਾ ਹੁੰਦਾ ਵੀ ਐਸੀ ਕੋਈ ਗੱਲ ਨਹੀਂ ਸੀ, ਪਰ ਉਹ ਖੁਸ਼ਾਮਦ ਕਰਨੀ ਹੈ ਵੀ ਦੁਨੀਆ ਸਾਨੂੰ ਚੰਗਾ ਆਖੇ, ਝੂਠੀ ਲੋਕਾਂ ਦੀ ਉਸਤਤ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਸੇ ਦੀ ਲੱਜ ਨਹੀਂ ਰਹੀ, ਕਿਸੇ ਦੀ ਇੱਜ਼ਤ ਨਹੀਂ ਰਹਿੰਦੀ, ਐਸੇ ਜਿਹੜਾ ਦੁਨੀਆ ਦੀ ਝੂਠੀ ਖੁਸ਼ਾਮਦ ਕਰਦਾ ਹੈ। ਹਾਂ, ਜੇ ਕਿਸੇ ਬਾਰੇ ਕਹਿਣਾ ਤੇ ਇੰਨਾ ਕਿਹਾ ਵੀ ਜਾਵੇ ਵੀ ਆਪਾਂ ਸੱਚੇ ਪਾਤਸ਼ਾਹ ਕੋਲ ਆਏ ਹਾਂ, ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਇਸ ਨੂੰ ਬਖਸ਼ ਲੈਣ। ਕਿਉਂਕਿ ਭਾਈ ਗੁਰਦਾਸ ਜੀ ਵਰਗੇ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਉਹ ਆਪਣੀ ਬਾਣੀ ਵਿੱਚ ਲਿਖਦੇ ਨੇ, 20 ਔਗਣ ਬੰਦੇ ਦੇ ਦੱਸੇ ਨੇ ਉਹਨਾਂ ਨੇ, 20 ਔਗਣ। ਹਉ ਅਪਰਾਧੀ ਗੁਣੇਗਾਰ ਹਉ ਬੇਮੁਖ ਮੰਦਾ, ਚੋਰ ਜ਼ਾਰ, ਕਹਿੰਦੇ ਮੇਰੇ ਵਿੱਚ ਸਾਰੇ ਔਗਣ ਨੇ। ਅਸਲ ਵਿੱਚ ਉਹਨਾਂ ਨੇ ਬੰਦੇ ਦਾ ਨਕਸ਼ਾ ਖਿੱਚਿਆ ਹੈ। ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮਖੋਰ ਠੱਗ ਡੇਸ ਦਗੰਦਾ, ਕਾਮ ਕ੍ਰੋਧ ਅਹੰਕਾਰ ਲੋਭ ਮਦ ਮੋਹ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ, ਸਿਮਰ ਅਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਹਾਂ, ਜੇ ਕਿਸੇ ਬਾਰੇ ਗੱਲ ਕਹਿਣੀ ਤੇ ਕਹੀ ਵੀ ਆਪਾਂ ਸਮਰੱਥ ਗੁਰੂ ਕੋਲ ਆਏ ਹਾਂ, ਸਮਰੱਥ ਗੁਰੂ ਕਿਰਪਾ ਕਰੇ ਤੇ ਬਖਸ਼ ਦੇਵੇ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿਤ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਵੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭੋਜਲ ਫੇਰਾ। ਪਰ ਝੂਠੀਆਂ ਐਵੇਂ ਵਡਿਆਈਆਂ ਕਰੀ ਜਾਣਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਬੰਦੇ ਦਾ ਇਹ ਸੁਭਾਅ ਬਣਿਆ, ਰੱਬ ਦੀ ਸਿਫਤ ਨਹੀਂ ਕਰ ਸਕਦਾ ਤੇ ਨਾਮ ਤੋਂ ਬਿਨਾਂ ਕਿਸੇ ਦੀ ਇੱਜ਼ਤ ਨਹੀਂ ਰਹਿਣੀ। ਭਾਵੇਂ ਉਹ ਕੋਈ ਮੰਤਰੀ ਹੈ, ਸੰਤਰੀ ਹੈ, ਕਿੰਨੀ ਵੀ ਜ਼ਮੀਨ ਜਾਇਦਾਦ ਪ੍ਰਾਪਰਟੀ ਦਾ ਮਾਲਕ ਹੈ, ਨਾਨਕ ਸੱਚੇ ਨਾਮ ਬਿਨ ਕਿਸੇ ਨ ਰਹੀਆ ਲੱਜ। ਕਿਸੇ ਦੀ ਇੱਜ਼ਤ ਨਹੀਂ ਰਹਿੰਦੀ। ਨਾਮ ਨਾਲ ਹੀ ਸੱਚੀ ਇੱਜ਼ਤ ਹੁੰਦੀ ਹੈ।
ਪੌੜੀ ਤੁਧ ਧਿਆਇਨ ਵੇਦ ਕਤੇਬਾਂ ਸਣ ਖੜੇ। ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਤੈਨੂੰ ਵੇਦ ਕਤੇਬ ਭਾਵ ਸਾਰੇ ਧਾਰਮਿਕ ਗ੍ਰੰਥ ਅਤੇ ਉਹਨਾਂ ਨੂੰ ਰਚਣ ਵਾਲੇ ਬੜੇ ਸੁਚੇਤ ਹੋ ਕੇ ਉਹ ਤੇਰੀ ਵਡਿਆਈ ਕਰਦੇ ਨੇ। ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਵਾਹਿਗੁਰੂ ਦੀ ਸਿਫਤ ਹਰ ਸਮੇਂ ਵਾਹਿਗੁਰੂ ਦੀ ਵਡਿਆਈ ਹੋ ਰਹੀ ਹੈ, ਉਹ ਵੀ ਵਾਹਿਗੁਰੂ ਦੀ ਵਡਿਆਈ ਕਰ ਰਹੇ ਨੇ। ਮਹਾਰਾਜ ਕਹਿੰਦੇ ਗਿਣਤੀ ਗਣੀ ਨਾ ਜਾਏ, ਤੇਰੇ ਦਰ ਪੜੇ। ਗਿਣਤੀ ਨਹੀਂ ਗਿਣੀ ਜਾ ਸਕਦੀ ਕਿੰਨੇ ਕੁ ਵਾਹਿਗੁਰੂ ਦੀ ਸਿਫਤ ਕਰਨ ਵਾਲੇ ਵੱਡੇ ਵੱਡੇ ਅਵਤਾਰ ਪੈਗੰਬਰ ਹਨ। ਆਮ ਬੰਦਾ ਤੇ ਆਦਾ ਨਹੀਂ ਕੀ ਲੋੜ ਹੈ ਵਡਿਆਈ ਕਰਨ ਦੀ। ਵੇਖੋ ਮਹਾਰਾਜ ਕਹਿੰਦੇ ਵੱਡੇ ਵੱਡੇ ਰਿਸ਼ੀ ਮੁਨੀ ਅਵਤਾਰ ਬੜੇ ਸੁਚੇਤ ਹੋ ਕੇ ਉਹ ਵਾਹਿਗੁਰੂ ਦੇ ਦਰ ਤੇ ਡਿੱਗ ਪਏ, ਭਾਵ ਸਮਰਪਿਤ ਹੋ ਗਏ ਪੂਰਨ ਤੌਰ ਤੇ। ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਣਾ। ਪਤਾ ਨਹੀਂ ਕਿੰਨੇ ਕੁ ਬ੍ਰਹਮੇ ਤੇ ਕਿੰਨੇ ਕੁ ਇੰਦਰ ਆਪਣੇ ਆਸਣਾ ਤੇ ਬੈਠੇ ਹੋਏ ਜਿਹੜੇ ਤੇਰੀ ਵਡਿਆਈ ਕਰਦੇ ਨੇ। ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਭਣਾ। ਸ਼ੰਕਰ ਕਹੀਏ ਭੋਲੇਨਾਥ, ਵਿਸ਼ਨੂੰ ਇਤਿਆਦਿਕ ਇਹਨਾਂ ਦੇ ਅਵਤਾਰ ਜਿੰਨੇ, ਉਹ ਵੀ ਸਾਰੇ ਵਾਹਿਗੁਰੂ ਦਾ ਜਸ ਕਰਦੇ ਨੇ, ਵਡਿਆਈ ਕਰਦੇ ਨੇ। ਵੇਖੋ ਕਈ ਨਾ ਲੋਕ ਦੇਵੀ ਦੇਵਤਿਆਂ ਨੂੰ ਮਾੜਾ ਕਹਿੰਦੇ ਨੇ। ਇਹ ਜਿਹੜੇ ਦੇਵੀ ਦੇਵਤੇ ਨੇ ਮਾੜੇ ਨਹੀਂ ਗੁਰਮੁਖੋ, ਇਹਨਾਂ ਨੇ ਪਤਾ ਨਹੀਂ ਕਿੰਨੀ ਕੁ ਬੰਦਗੀ ਕੀਤੀ ਹੈ ਤਾਂ ਇਹਨਾਂ ਨੂੰ ਇਹ ਪਦਵੀਆਂ ਮਿਲੀਆਂ ਨੇ। ਗੁਰਸਿੱਖ ਨੇ ਇਹਨਾਂ ਦੀ ਪੂਜਾ ਨਹੀਂ ਕਰਨੀ, ਕਿਉਂਕਿ ਇਹ ਵੀ ਰੱਬ ਦੀ ਬੰਦਗੀ ਕਰਕੇ ਵੱਡੇ ਬਣੇ ਨੇ। ਤੇ ਮਹਾਰਾਜ ਕਹਿੰਦੇ ਤੂੰ ਵੀ ਰੱਬ ਦੀ ਬੰਦਗੀ ਕਰ, ਤੂੰ ਵੀ ਪਰਮੇਸ਼ਵਰ ਦਾ ਨਾਮ ਜਪ, ਪਰਮਾਤਮਾ ਦੀ ਸਿਫਤ ਸਲਾਹ ਕਰ। ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਜਿਹੜੇ ਅਵਤਾਰ ਉਹ ਵਾਹਿਗੁਰੂ ਦਾ ਜਸ ਕਰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਇਹ ਦੁਨੀਆ ਦੇ ਲੋਕੋ ਇਹ ਨਾ ਸੋਚ ਲੈਣਾ ਵੀ ਇੱਕੋ ਭੋਲੇਨਾਥ ਆਇਆ ਹੈ ਜਾਂ ਇੱਕੋ ਰਾਮਚੰਦਰ ਆਇਆ ਹੈ ਜਾਂ ਕੋਈ ਪੀਰ ਪੈਗੰਬਰ ਇੱਕੋ ਆਇਆ। ਮਹਾਰਾਜ ਕਹਿੰਦੇ ਏਕ ਸ਼ਿਵ ਭਏ ਏਕ ਗਏ, ਏਕ ਫੇਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ हैं। ब्रह्मा ओ विष्ण केते बेद ओ पुराण केते सिमरत समूहन कह हुए बताए हैं। पीर ओ पकंबर केते गणे ना परते ते भूमि ही ते होए कह फिर भूमि ही मिलाए हैं। मोहन दी मुंदार केते अंशा अवतार केते काल वस पे हैं। महाराज कहते देखो किन्ने पता नहीं आए। पीर ओ पकंबर केते गणे ना परते ते भूमि ही ते होए कह फिर भूमि ही मिलाए हैं। बड़े बड़े आए, ਗਿਣਤੀ ਨਹੀਂ ਹੈ। ਉਹਨਾਂ ਨੇ ਵੀ ਵਾਹਿਗੁਰੂ ਦਾ ਜਸ ਆਪਣੇ ਮੁਖ ਤੋਂ ਬਿਆਨ ਕੀਤਾ ਹੈ। ਪੀਰ ਪੀਕਾਬਰ ਸੇਖ ਮਸਾਇਕ ਔਲੀਏ। ਇਹ ਜਿਹੜੇ ਪੀਰ ਪੀਕਾਂਬਰ ਸੇਖ ਮਸਾਇਕ ਔਲੀ ਇਹ ਇਸਲਾਮ ਮਤ ਦੇ ਵਿੱਚ ਨਾ ਪਦਵੀਆਂ ਨੇ ਬੰਦਗੀ ਕਰਨ ਵਾਲਿਆਂ ਦੀਆਂ। ਜਿਵੇਂ ਆਪਣੇ ਧਰਮ ਦੇ ਵਿੱਚ ਆਪਾਂ ਵੇਖਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਹਰਿਮੰਦਰ ਸਾਹਿਬ ਜਿਹੜੇ ਹੈੱਡ ਗ੍ਰੰਥੀ ਸਾਹਿਬ, ਪਦਵੀਆਂ ਨੇ ਨਾ ਵੱਖੋ ਵੱਖਰੀਆਂ। ਕੋਈ ਹੈੱਡ ਗ੍ਰੰਥੀ ਹੈ, ਕੋਈ ਜਥੇਦਾਰ ਹੈ, ਕੋਈ ਕੀਰਤਨ ਕਰਨ ਵਾਲਾ ਹੈ, ਕੋਈ ਕਥਾ ਕਰਨ ਵਾਲਾ ਹੈ। ਸਾਰੀਆਂ ਇਹ ਪਦਵੀਆਂ ਨੇ। ਇਸੇ ਤਰ੍ਹਾਂ ਇਸਲਾਮ ਮਤ ਦੇ ਅੰਦਰ ਉਹ ਰੁਤਬੇ ਰੱਖੇ ਹੋਏ ਨੇ। ਜਦੋਂ ਕਿਸੇ ਦੀ ਬੰਦਗੀ ਹੁੰਦੀ, ਕਿਸੇ ਨੂੰ ਇਲਮ ਹੁੰਦਾ ਤੇ ਕਹਿੰਦੇ ਵੀ ਇਹ ਹੁਣ ਪੀਰ ਹੈ, ਉਹਨੂੰ ਪੀਰ ਦੀ ਪਦਵੀ। ਪੀਰ ਸ਼ਬਦ ਬੜਾ ਉੱਚਾ ਹੈ ਇਸਲਾਮ ਮਤ ਦੇ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਹੜੇ ਦਿਨ ਸ਼ੁਰੂ ਹੋਏ ਨੇ, ਉਹਨਾਂ ਦਾ ਪਰਿਵਾਰ ਸਾਰਾ ਵਿਛੜਦਾ ਸ਼ਹੀਦ ਹੁੰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਮਾਛੀਵਾੜੇ ਤੋਂ ਜਾਂਦੇ ਨੇ ਉੱਚ ਦੇ ਪੀਰ ਬਣ ਗਏ। ਪੀਰ ਜਿਹੜਾ ਇਸਲਾਮ ਮਤ ਦੇ ਵਿੱਚ ਬੜਾ ਉੱਚਾ ਹੈ। ਪਰ ਸਾਡੇ ਪੰਜਾਬ ਦੇ ਵਿੱਚ ਲੋਕਾਂ ਨੇ ਜਿਹੜੀਆਂ ਚਾਰ ਇੱਟਾਂ ਰੱਖ ਕੇ ਕਬਰ ਬਣਾ ਕੇ ਉਹਨੂੰ ਪੀਰ ਬਣਾਤਾ। ਪੀਰ ਸ਼ਬਦ ਤਾਂ ਜਦੋਂ ਆਪਾਂ ਸੁਣਦੇ ਹਾਂ ਤੇ ਕੁਝ ਹੋਰ ਤਰ੍ਹਾਂ ਦੇ ਖਿਆਲਾਤ ਮਨ ਵਿੱਚ ਪੈਦਾ ਹੁੰਦੇ ਨੇ, ਕਿਉਂਕਿ ਲੋਕਾਂ ਨੇ ਇਹ ਸ਼ਬਦ ਦੀ ਦੁਰਵਰਤੋਂ ਕੀਤੀ ਹੈ। ਜਦੋਂ ਕਿਸੇ ਚੰਗੀ ਚੀਜ਼ ਨੂੰ ਉਹਦੀ ਮਾੜੀ ਵਰਤੋਂ ਹੋਣ ਲੱਗ ਜੇ ਤਾਂ ਉਹ ਸੁਣਨ 'ਚ ਮਾੜੀ ਲੱਗਣ ਲੱਗ ਜਾਂਦੀ। ਜਿਵੇਂ ਮਸੰਦ ਸ਼ਬਦ ਹੈ, ਅੱਜ ਤੁਸੀਂ ਕਿਸੇ ਨੂੰ ਮਸੰਦ ਕਹਿ ਦਿਓ ਤੇ ਉਹ ਤੁਹਾਨੂੰ ਮਾਰਨ ਆਵੇਗਾ। ਹਾਲਾਂਕਿ ਮਸੰਦ ਸ਼ਬਦ ਬੜਾ ਉੱਚਾ ਸੁੱਚਾ ਸ਼ਬਦ ਹੈ, ਪਰ ਮਸੰਦ ਇੰਨੇ ਕੁ ਵਿਗੜ ਗਏ, ਪੂਜਾ ਦਾ ਧਨ ਖਾ ਖਾ ਕੇ ਬੜੀਆਂ ਬਦਖਿਆਲੀਆਂ ਕਰਨ ਲੱਗ ਪਏ, ਬੜੇ ਬੜੇ ਪਾਪ ਕਰਨ ਲੱਗ ਪਏ। ਤੇ ਦਸਮ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਉਹ ਇਸ ਕਰਕੇ ਮਸੰਦ ਸ਼ਬਦ ਹੈ ਤਾਂ ਬੜਾ ਉੱਚਾ ਸੀ, ਪਰ ਉਹਨਾਂ ਨੇ ਇੰਨਾ ਕੁ ਉਹਨੂੰ ਗਲਤ ਵਰਤਣ ਲੱਗ, ਉਸ ਪਦਵੀ 'ਤੇ ਬਹਿ ਕੇ ਗਲਤ ਚੀਜ਼ ਕਰਨ ਲੱਗ ਪਏ।
ਤਾਂ ਅੱਜ ਕਿਸੇ ਨੂੰ ਮਸੰਦ ਕਹੋ ਤੇ ਮਾੜਾ ਅਗਲਾ ਗੁੱਸਾ ਮੰਨਦਾ ਹੈ, ਹਾਲਾਂਕਿ ਸ਼ਬਦ ਉੱਚਾ ਹੈ। ਇਸੇ ਤਰ੍ਹਾਂ ਪੀਰ ਸ਼ਬਦ ਬੜਾ ਉੱਚਾ ਸ਼ਬਦ ਹੈ, ਬੜੀ ਬੰਦਗੀ ਵਾਲੇ ਜਿਹੜਾ ਉੱਚ ਦਾ ਪੀਰ, ਇਹ ਇੱਕ ਇਹਨਾਂ ਦਾ ਸਿਲਸਿਲਾ ਗੱਦੀ ਚੱਲਦੀ ਹੈ ਇਸਲਾਮ ਮਤ ਦੇ ਅੰਦਰ। ਬੜੀ ਬੰਦਗੀ ਵਾਲੇ ਹੋਏ ਨੇ ਤੇ ਉਹਨਾਂ ਦਾ ਬੜਾ ਇਸਲਾਮ ਮਤ ਦੇ ਵਿੱਚ ਉੱਚਾ ਰੁਤਬਾ ਮੰਨਿਆ ਗਿਆ ਹੈ। ਮਹਾਰਾਜ ਕਹਿੰਦੇ ਬੜੇ ਬੜੀ ਬੰਦਗੀ ਵਾਲੇ ਪੀਰ, ਪਿਗਾਬਰ, ਸੇਖ, ਮਸਾਇਕ, ਔਲੀਏ, ਸੇਖ, ਮਸਾਇਕ ਇਤਿਆਦਿਕ ਬੜੇ ਬੜੇ ਔਲੀਏ ਅਵਤਾਰ ਉਹ ਵੀ ਆਏ। ਓਤ ਪੋਤ ਨਿਰੰਕਾਰ ਘਟ ਘਟ ਮੌਲੀਏ। ਵਾਹਿਗੁਰੂ ਨਿਰੰਕਾਰ ਪਰਮਾਤਮਾ ਦੀ ਬੰਦਗੀ ਦੇ ਵਿੱਚ ਓਤ ਪੋਤ ਹੋਏ, ਭਾਵ ਇੱਕ ਰਸ ਹੋਏ। ਬੜੀ ਬੰਦਗੀ ਕੀਤੀ ਉਹਨਾਂ ਨੇ। ਜਿਵੇਂ ਸਾਈਂ ਮੀਆਂ ਮੀਰ ਜੀ ਦੇਖੋ, ਜਿਨ੍ਹਾਂ ਨੇ ਅਸਲ ਵਿੱਚ ਜਿਹੜੇ ਪੀਰ ਸਨ ਉਹ ਸਾਈਂ ਮੀਆਂ ਮੀਰ ਜੀ, ਪੀਰ ਭੀਖਣ ਸ਼ਾਹ ਜਿਹੜੇ ਇੱਥੇ ਠਸਕੇ ਨਗਰ ਦੇ ਰਹਿਣ ਵਾਲੇ, ਜਿਨ੍ਹਾਂ ਨੇ ਬਾਲਪਨ ਅਵਸਥਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਪਟਨਾ ਸਾਹਿਬ ਦੀ ਧਰਤੀ 'ਤੇ ਜਾ ਕੇ। ਪੀਰ ਬੁੱਧੂ ਸ਼ਾਹ ਜੀ, ਇਹ ਅਸਲ ਵਿੱਚ ਇਹ ਪੀਰ ਦੇਖੋ, ਇਹ ਰੁਤਬਾ ਹੈ ਪੀਰ ਦਾ ਇਸਲਾਮ ਮਤ ਦੇ ਵਿੱਚ। ਆਪਾਂ ਕਬਰਾਂ ਨੂੰ ਪੀਰ ਬਣਾ ਕੇ ਰੱਖ ਦਿੱਤਾ, ਹਾਲਾਂਕਿ ਇਸਲਾਮ ਮਤ ਵਾਲਾ ਕੋਈ ਵੀ ਕਬਰ ਨੂੰ ਨਹੀਂ ਮੰਨਦਾ, ਕਿਉਂਕਿ ਇਸਲਾਮ ਮਤ ਦੇ ਵਿੱਚ ਕਬਰਾਂ ਨੂੰ ਮੰਨਣ ਦੀ ਮਨਾਹੀ ਹੈ। ਪੀਰ ਸ਼ਬਦ ਬੜਾ ਉੱਚਾ ਹੈ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਬੜੇ ਬੜੇ ਅਵਤਾਰ ਪੀਰ ਪੈਗੰਬਰ ਜਿਹੜੇ, ਉਹ ਵੀ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਦੇ ਵਿੱਚ ਓਤ ਪੋਤ ਹੋਏ। ਬੜੇ ਨਾਮ ਉਹਨਾਂ ਨੇ ਜਪਿਆ ਹੈ। ਕੂੜੋਂ ਕਰੇ ਵਿਨਾਸ਼ ਧਰਮੇ ਧੱਗੀਐ। ਜੇ ਬੰਦਾ ਕੂੜ ਵਾਲੇ ਪਾਸੇ ਚੱਲ ਪਵੇ, ਬਿਨਾਂ ਮਤਲਬ ਤੋਂ ਹੀ ਆਪਾਂ ਵੇਖਦੇ ਬੰਦਾ ਝੂਠ ਬੋਲੀ ਜਾਂਦਾ ਹੈ, ਇਹ ਕੂੜ ਹੀ ਬੰਦੇ ਦੇ ਵਿਨਾਸ਼ ਦਾ ਕਾਰਨ ਬਣ ਜਾਂਦਾ ਹੈ। ਕੂੜੋਂ ਕਰੇ ਵਿਨਾਸ਼ ਧਰਮੇ ਧੱਗੀਐ। ਜਿਹੜਾ ਧਰਮ ਨਾਲ ਜੁੜ ਜਾਵੇਗਾ, ਧਰਮ ਮਨੁੱਖ ਨੂੰ ਪਾਰ ਲੈ ਜਾਵੇਗਾ। ਇਸ ਕਰਕੇ ਸਤਿਪੁਰਸ਼ ਕਹਿੰਦੇ ਨੇ, ਕੂੜ ਦਾ ਸਾਥ ਛੱਡ ਦੇਵੋ, ਧਰਮ ਦੇ ਨਾਲ ਜੁੜ ਜਾਵੋ। ਕੂੜੋ ਕਰੇ ਵਿਨਾਸ਼ ਧਰਮੇ ਧੱਗੀਐ। ਜਿਤ ਜਿਤ ਆਏ ਆਵ ਤਿਤ ਲੱਗੀਐ। ਗੁਰਮੁਖ ਜਿਹੜਾ ਵਾਹਿਗੁਰੂ ਵਿੱਚ ਅਭੇਦ ਹੋਇਆ, ਉਹਨੂੰ ਪਤਾ ਲੱਗ ਜਾਂਦਾ ਹੈ ਸਾਰੀ ਖੇਡ ਵਾਹਿਗੁਰੂ ਦੀ ਹੈ। ਜਿਹੜੇ ਪਾਸੇ ਵਾਹਿਗੁਰੂ ਕਿਸੇ ਨੂੰ ਲਾ ਦਿੰਦਾ ਹੈ, ਉਸੇ ਪਾਸੇ ਲੱਗਦਾ ਹੈ। ਇੱਥੇ ਇੱਕ ਸਵਾਲ ਖੜਾ ਹੋ ਜਾਵੇਗਾ ਕਿ ਫਿਰ ਤਾਂ ਬੰਦੇ ਦਾ ਕੋਈ ਦੋਸ਼ ਹੀ ਨਹੀਂ ਹੈ। ਵੇਖੋ, ਜਿਸ ਤਰ੍ਹਾਂ ਦੀ ਕਿਸੇ ਦੀ ਕਰਤੂਤ ਹੁੰਦੀ ਹੈ, ਕਰਤੱਵ ਹੁੰਦਾ ਹੈ, ਕਰਮ ਹੁੰਦਾ ਹੈ, ਉਹ ਵਾਹਿਗੁਰੂ ਪਰਮਾਤਮਾ ਦਾ ਇਹ ਨਿਯਮ ਬਣਾਇਆ, ਉਹਨੂੰ ਉਸੇ ਪਾਸੇ ਲਾ ਦਿੰਦਾ ਹੈ। ਜੇ ਮਾੜੇ ਕਰਮ ਕਰੇਗਾ ਤੇ ਉਹਨੂੰ ਫਿਰ ਉਸੇ ਲਾਈਨ ਵਿੱਚ ਪਾ ਦਿੰਦਾ ਵੀ ਹੁਣ ਖੁਆਰ ਹੋਈ ਜਾ। ਜਿਵੇਂ ਆਪਾਂ ਇਸ ਦੇਸ਼ ਵਿੱਚ ਰਹਿੰਦੇ ਹਾਂ, ਸਾਰੇ ਦੇਸ਼ਾਂ ਦੇ ਆਪੋ ਆਪਣੇ ਕਾਨੂੰਨ ਹਨ। ਆਪਾਂ ਵੇਖਦੇ ਹਾਂ ਜਿਹੜਾ ਹੁਣ ਸਾਰੀ ਰਿਆਇਆ ਪਬਲਿਕ ਇੱਕੋ ਸਰਕਾਰ ਦੀ ਹੈ ਨਾ, ਇੱਕੋ ਮੁਲਕ ਦੀ ਹੈ, ਪਰ ਸਰਕਾਰ ਨੇ ਨਿਯਮ ਬਣਾਤੇ ਦੁਨੀਆ ਵਾਸਤੇ। ਜਿਹੜਾ ਕਤਲ ਕਰੇਗਾ ਉਹਦੇ ਵਿੱਚ ਜੇਲ੍ਹਾਂ ਵੀ ਬਣਾਈਆਂ ਨੇ। ਹੈ ਤਾਂ ਸਰਕਾਰ, ਜੇਲ੍ਹਾਂ ਵੀ ਸਰਕਾਰ ਦੇ ਅੰਦਰ ਨੇ, ਤੇ ਵੱਡੇ ਵੱਡੇ ਦਫ਼ਤਰ ਬਣਾਏ ਨੇ ਜਿੱਥੇ ਅਫਸਰ ਜਾ ਕੇ ਬੈਠ, ਜਿਨ੍ਹਾਂ ਨੂੰ ਸਲਾਮਾਂ ਹੁੰਦੀਆਂ ਨੇ, ਉਹ ਵੀ ਸਰਕਾਰ ਨੇ ਬਣਾਈਆਂ ਨੇ। ਇੱਕੋ ਸਰਕਾਰ ਦੇ ਅੰਦਰ ਸਾਰਾ ਕੁਝ ਹੈ। ਜੇ ਮਾੜੇ ਕਰਮ ਕਰੇਗਾ ਜੇਲ੍ਹ ਹੈ, ਜੇ ਚੰਗੇ ਕਰਮ ਕਰੇਗਾ ਤੇ ਉੱਚੀਆਂ ਪਦਵੀਆਂ ਨੇ, ਰੁਤਬੇ ਮਿਲਦੇ ਨੇ। ਇਸੇ ਤਰ੍ਹਾਂ ਸਾਰੀ ਦੁਨੀਆ ਇੱਕੋ ਵਾਹਿਗੁਰੂ ਦੀ ਹੈ, ਉਹਨੇ ਵੀ ਨਿਯਮ ਬਣਾਏ ਨੇ, ਕਾਨੂੰਨ ਬਣਾਏ ਨੇ। ਚੰਗੇ ਕਰਮ ਕਰੇਗਾ ਸਤਿਕਾਰ ਮਿਲੇਗਾ, ਦੁਨੀਆ ਪੂਜੇਗੀ। ਮਾੜੇ ਕਰਮ ਕਰੇਗਾ ਤੇ ਨਰਕਾਂ ਵਿੱਚ ਜਾ ਕੇ ਡਿੱਗੇਗਾ। ਕਰਨ ਵਾਲਾ ਵਾਹਿਗੁਰੂ ਹੈ। ਵੇਖੋ, ਇੱਕ ਨੂੰ ਜੇਲ੍ਹ ਵਿੱਚ ਪਾ ਰਹੀ, ਉਹ ਵੀ ਸਰਕਾਰ ਹੀ ਪਾ ਰਹੀ ਹੈ, ਤੇ ਇੱਕ ਨੂੰ ਸਨਮਾਨਿਤ ਕਰਦੀ ਸਰਕਾਰ, ਉੱਚੀਆਂ ਪਦਵੀਆਂ ਦਿੰਦੀ ਹੈ, ਉਹ ਵੀ ਸਰਕਾਰ ਹੀ ਕਰ ਰਹੀ ਹੈ। ਇਸ ਰੂਪ ਦੇ ਵਿੱਚ ਉਹ ਵਾਹਿਗੁਰੂ ਹੀ ਸਾਰਾ ਕੁਝ ਕਰਨ ਵਾਲਾ ਹੈ, ਪਰ ਨਾਲ ਕਰਤੂਤ ਮਨੁੱਖ ਦੀ ਸ਼ਾਮਲ ਹੋ ਜਾਂਦੀ ਹੈ। ਜਿਸ ਤਰ੍ਹਾਂ ਦੀ ਤੂੰ ਕਰੇਂਗਾ, ਵਾਹਿਗੁਰੂ ਨੇ ਤੇ ਉਹ ਨਿਯਮ ਬਣਾਤਾ ਹੈ। ਚੰਗਾ ਕਰੇਂਗਾ ਚੰਗਾ ਫਲ ਹੈ, ਮਾੜਾ ਕਰੇਂਗਾ ਮਾੜਾ ਫਲ ਹੈ। ਇਸ ਤਰ੍ਹਾਂ ਵਾਹਿਗੁਰੂ ਨਿਰੰਕਾਰ ਇਹ ਕਰਦਾ ਹੈ। ਜਿਸ ਤਰ੍ਹਾਂ ਮਨੁੱਖ ਦਾ ਸੁਭਾਅ ਹੁੰਦਾ, ਉਸੇ ਪਾਸੇ ਉਹ ਲਾ ਦਿੰਦਾ ਹੈ। ਜਿਤ ਜਿਤ ਲਾਏ ਆਪ ਤਿਤ ਤਿਤ ਲੱਗੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੋ ਗੁਰਮੁਖੋ, ਔਗਣ ਤਾਂ ਹਰ ਇੱਕ ਮਨੁੱਖ ਦੇ ਵਿੱਚ ਹਨ।
ਆਪਾਂ ਭਾਈ ਗੁਰਦਾਸ ਜੀ ਦੀ ਜਿਵੇਂ ਪਹਿਲਾਂ ਪੌੜੀ ਤੁਹਾਨੂੰ ਸਰਵਣ ਕਰਾਈ ਹੈ, 20 ਔਗਣ ਦੱਸੇ ਨੇ ਉੱਥੇ, 20 ਔਗਣ। ਹੋਂ ਅਪਰਾਧੀ ਗੁਨਹਗਾਰ ਹੋਂ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋਂ ਪਰ ਕਰ ਜੋਹੰਦਾ, ਨਿੰਦਕ ਦੁਸ਼ਟ ਹਰਾਮ ਕੋਰ ਠਗ ਦੇਸ਼ ਦਕੰਦਾ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਢਾਡੀਆ ਸਤਿ ਗੁਰ ਬਖਸ਼ੰਦਾ। ਪਰ ਆਪਾਂ ਬਾਣੀ ਪੜ੍ਹਨ ਲੱਗ ਜਾਈਏ, ਸਤਿਗੁਰੂ ਸਾਡੇ ਵਿੱਚ ਇਹ ਔਗਣ ਨੇ, ਤੁਸੀਂ ਕਿਰਪਾ ਕਰੋ, ਸਾਡਾ ਭਲਾ ਕਰੋ। ਅਤੇ ਜਦੋਂ ਆਪਾਂ ਬਾਣੀ ਪੜ੍ਹਨ ਲੱਗ ਜਾਵਾਂਗੇ, ਸਤਿਗੁਰੂ ਦੀ ਕਲਾ ਵਰਤਦੀ ਹੈ, ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਰ ਜੀਵ ਇਸ ਪਾਸੇ ਤਾਂ ਆਉਂਦਾ ਨਹੀਂ। ਇਹ ਫਿਰ ਕੀ ਕਰਦਾ ਹੈ? ਸ਼ਲੋਕ ਮਹੱਲਾ ਪੰਜਵਾਂ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਚੰਗੇ ਕੰਮ ਕਰਨੇ, ਬਾਣੀ ਪੜ੍ਹਨੀ ਹੈ, ਆਲਸ ਕਰਨ ਲੱਗ ਜਾਂਦਾ ਹੈ। ਮਾੜੇ ਕੰਮ ਕਰਨੇ ਹੋਣ, ਬੜਾ ਸ਼ੇਰ ਬਣ ਜਾਂਦਾ ਹੈ। ਬਜ਼ੁਰਗ ਤੋਂ ਬਜ਼ੁਰਗ ਬੰਦਾ ਵੀ ਪੈਲਸਾਂ ਵਿੱਚ ਭੰਗੜੇ ਪਾਉਂਦਾ ਹੈ ਅਤੇ ਗੁਰਦੁਆਰੇ ਆ ਕੇ ਕਹਿੰਦਾ ਕੁਰਸੀ ਲਾ ਕੇ ਦਿਓ ਮੈਨੂੰ ਬੈਠਣ ਵਾਸਤੇ। ਇੱਥੇ ਕੁਰਸੀਆਂ ਚਾਹੀਦੀਆਂ ਨੇ ਸਾਨੂੰ ਬੈਠਣ ਵਾਸਤੇ, ਅਤੇ ਉੱਥੇ ਭੰਗੜੇ ਪਾਉਂਦਾ। ਉੱਥੇ ਲੱਕ ਵਿੱਚ ਕੋਈ ਨੁਕਸ ਨਹੀਂ, ਕੋਈ ਲੱਤਾਂ ਵਿੱਚ ਨੁਕਸ ਨਹੀਂ ਹੈ। ਲੱਤਾਂ ਵੀ ਠੀਕ ਹੋ ਜਾਂਦੀਆਂ ਨੇ, ਲੱਕ ਵੀ ਠੀਕ ਹੋ ਜਾਂਦੀ ਹੈ। ਇੱਥੇ ਕਹਿੰਦਾ ਮੈਂ ਕੁਰਸੀ ਤੋਂ ਬਿਨਾਂ ਨਹੀਂ ਬੈਠਣਾ। ਚੰਗਿਆਈ ਆਲਕ ਕਰੇ ਬਰਿਆਈ ਹੋਏ ਸ਼ੇਰ। ਉੱਥੇ ਫਿਰ ਸ਼ੇਰਾਂ ਵਾਂਗ ਦਹਾੜਦਾ, ਭੰਗੜੇ ਪਾਉਂਦਾ ਹੈ। ਇੱਥੇ ਬੈਠਿਆਂ ਆਲਸ ਪੈ ਜਾਂਦੀ। ਮਹਾਰਾਜ ਕਹਿੰਦੇ ਨਾਨਕ ਅੱਜ ਕੱਲ੍ਹ ਆਪਸੀ ਗਾਫਲ ਪੈ ਫਾਹੀ ਪੇਰ। ਯਾਦ ਰੱਖ ਅੱਜ ਕੱਲ੍ਹ ਮੌਤ ਆਉਣ ਵਾਲੀ ਹੈ। ਜੇ ਮੌਤ ਯਾਦ ਹੋਵੇ ਤਾਂ ਬੰਦਾ ਰੱਬ ਦੇ ਭੈ ਨੂੰ ਮੰਨੇਗਾ, ਗੁਰੂ ਦੇ ਭੈ ਨੂੰ ਮੰਨੇਗਾ। ਗਾਫਲ ਫਾਹੀ ਪੇਰ, ਤੇਰੇ ਗਾਫਲਾ ਤੇਰੇ ਪੈਰਾਂ ਨੂੰ ਮੌਤ ਦੀਆਂ ਜੰਜੀਰਾਂ ਪੈ ਜਾਣੀਆਂ ਨੇ। ਮਹੱਲਾ ਪੰਜਵਾਂ। ਕੀਤੀਆ ਘੁਟੰਗ ਗੁੱਜਾ ਥੀਆ ਨਾ ਹਿਤ। ਕਿੰਨਾ ਵੀ ਜੀ ਪੜਦਾ ਪਾਵੇ ਮਾੜੇ ਕਰਮ। ਉਹ ਮਹਾਰਾਜ ਕਹਿੰਦੇ ਜਿਹੜਾ ਦੂਜੇ ਪਾਸੇ ਹਿੱਤ ਲਾਇਆ ਹੈ, ਇਹ ਢਕਿਆ ਨਹੀਂ ਰਹੇਗਾ। ਨਾਨਕ ਤੈਸੈ ਢਕਿਆ ਮਨ ਮੈਂ ਸੱਚਾ ਮਿੱਤ। ਪਰ ਜੇਕਰ ਰੱਬ ਦੀ ਬੰਦਗੀ ਕਰਨ ਲੱਗ ਜਾਵੇਂ, ਤੇਰੇ ਪਿਛਲੇ ਔਗਣਾਂ 'ਤੇ ਵੀ ਪੜਦਾ ਪੈ ਜਾਵੇਗਾ। ਪਿਛਲੀਆਂ ਗਲਤੀਆਂ ਵੀ ਮਾਫ ਹੋ ਜਾਣਗੀਆਂ। ਵਾਹਿਗੁਰੂ ਪੜਦਾ ਕੱਜ ਲੇਵੇਗਾ। ਪੌੜੀ। ਹੋ ਮੰਗੋ ਤੁਝੇ ਦਿਆਲ ਕਰ ਦਾਸਾਂ ਗੋਲਿਆ। ਇਸ ਕਰਕੇ ਗੁਰਮੁਖ ਸਦਾ ਅਰਦਾਸ ਕਰਦਾ, ਹੇ ਵਾਹਿਗੁਰੂ ਮੇਰੀ ਇੱਕੋ ਮੰਗ ਹੈ, ਮੈਂ ਤੈਨੂੰ ਹੀ ਮੰਗਦਾ ਹਾਂ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਹੋ ਮੰਗੋ ਤੁਝੇ ਦਿਆਲ ਕਰ ਦਾਸਾਂ ਗੋਲਿਆ। ਮਹਾਰਾਜ ਇੱਕ ਮੇਰੀ ਮੰਗ ਹੈ, ਆਪਣੇ ਦਾਸਾਂ ਦਾ ਮੈਨੂੰ ਗੋਲਾ ਬਣਾ ਦੇ, ਸੇਵਾਦਾਰ ਬਣਾ ਦੇ ਉਹਨਾਂ ਦਾ। ਨੌ ਨਿਧ ਪਾਈ ਰਾਜ ਜੀਵਾ ਬੋਲਿਆ। ਮਹਾਰਾਜ ਸੱਚੇ ਪਾਤਸ਼ਾਹ ਨੌ ਨਿਧ ਪਾਈ ਰਾਜ ਜੀਵਾ ਬੋਲਿਆ। ਜਦੋਂ ਤੇਰਾ ਮੈਂ ਨਾਮ ਜਪਦਾ ਹਾਂ ਨਾ, ਤੇ ਮੈਨੂੰ 9 ਨਿਧੀਆਂ ਵਾਲਾ ਰਾਜ ਮਿਲ ਜਾਂਦਾ ਹੈ। ਭਾਵ ਸਾਰੀਆਂ ਬਰਕਤਾਂ, ਸਾਰੀਆਂ ਦੌਲਤਾਂ ਮਿਲ ਜਾਂਦੀਆਂ। ਜਦੋਂ ਵਾਹਿਗੁਰੂ ਵਾਹਿਗੁਰੂ ਬੋਲਨੇ ਆ, ਇੰਨਾ ਰਸ ਆਉਂਦਾ ਵੀ ਸਾਰਾ ਦੁਨੀਆ ਦਾ ਸੁੱਖ ਮਿਲ ਗਿਆ। ਅੰਮ੍ਰਿਤ ਨਾਮ ਨਿਧਾਨ ਦਾਸਾਂ ਘਰ ਘਣਾ। ਜਿਹੜੇ ਗੁਰਮੁਖ ਨੇ ਉਹਨਾਂ ਦੇ ਘਰ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਬਹੁਤ ਹੈ, ਬੜੀ ਬੰਦਗੀ ਹੈ, ਬੜਾ ਰਸ ਹੈ। ਤਿਨ ਕੈ ਸੰਗ ਨਿਹਾਲ ਸਰਵਣੀ ਜਸੁਣਾ। ਉਹਨਾਂ ਦੇ ਸੰਗ ਕਰਨ ਵਾਲੇ ਵੀ ਨਿਹਾਲ ਹੋ ਜਾਂਦੇ ਨੇ। ਜਦੋਂ ਉਹਨਾਂ ਦੇ ਨਾਲ ਬੈਠ ਕੇ ਆਪਾਂ ਜਸ ਸੁਣਦੇ ਹਾਂ ਨਾ, ਵਾਹਿਗੁਰੂ ਦੀ ਵਡਿਆਈ ਗੁਰਮੁਖਾਂ ਦੇ ਨਾਲ, ਤੇ ਉਹਦਾ ਰਸ ਕੁਝ ਹੋਰ ਹੁੰਦਾ ਹੈ। ਵੇਖੋ ਹੁਣ ਆਪਾਂ ਗੁਰੂ ਦੀ ਸੰਗਤ ਵਿੱਚ ਬੈਠੇ ਹਾਂ, ਬਾਣੀ ਸੁਣ ਰਹੇ, ਕਥਾ, ਕਿੰਨਾ ਰਸ ਆਉਂਦਾ ਹੈ। ਇਹ ਮਹਾਤਮ ਹੈ ਸੰਗਤ ਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ। ਐਸੇ ਗੁਰਮੁਖ ਜਿਹੜੇ ਸਾਨੂੰ ਬਾਣੀ ਨਾਲ ਜੋੜਦੇ ਨੇ, ਉਹਨਾਂ ਦੀ ਸੇਵਾ ਕਰੀਏ ਤੇ ਸਾਡਾ ਜੀਵਨ ਪਵਿੱਤਰ ਹੋ ਜਾਵੇ, ਸਰੀਰ ਪਵਿੱਤਰ ਹੋ ਜਾਵੇ। ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ। ਪੱਖਾ ਪਾਣੀ ਪੀਸ ਬਿਗਸਾਂ ਪੈਰ ਧੋਏ। ਉਹਨਾਂ ਦੀ ਮੈਂ ਸੇਵਾ ਕਰਾਂ, ਉਹਨਾਂ ਵਾਸਤੇ ਪਾਣੀ ਲਿਆਵਾਂ, ਉਹਨਾਂ ਨੂੰ ਪੱਖੇ ਦੀ ਸੇਵਾ ਕਰਾਂ। ਤੇ ਮਹਾਰਾਜ ਕਹਿੰਦੇ ਉਹਨਾਂ ਦੇ ਚਰਨ ਧੋਈਏ, ਆਪੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀ ਹੈ। ਇਹ ਜਿਹੜੀ ਦਾਤ ਹੈ ਸੰਗਤ ਦੀ ਸੇਵਾ ਕਰਨੀ ਗੁਰਮੁਖਾਂ ਦੀ, ਇਹ ਵੀ ਆਪਣੇ ਆਪ ਨਹੀਂ, ਇਹ ਵੀ ਵਾਹਿਗੁਰੂ ਦੀ ਨਜ਼ਰ ਨਾਲ ਹੀ ਮਿਲਦੀ ਹੈ। ਤੇ ਮਹਾਰਾਜ ਕਹਿੰਦੇ ਮੋਹਿ ਨਿਰਗੁਣ ਦੀਚੈ ਥਾਉ ਸੰਤ ਧਰਮਸਾਲੀ ਹੈ। ਮਹਾਰਾਜ ਕਿਰਪਾ ਕਰ, ਮੈਂ ਔਗੁਣਾਂ ਦਾ ਭਰਿਆ ਹੋਇਆ, ਮੇਰੇ ਵਿੱਚ ਚੰਗਾ ਗੁਣ ਕੋਈ ਨਹੀਂ। ਮੈਨੂੰ ਆਪਣੇ ਸੰਤਾਂ ਦੀ ਧਰਮਸ਼ਾਲਾ ਵਿੱਚ ਬੈਠਣ ਦੀ ਦਾਤ ਬਖਸ਼। ਜਿਵੇਂ ਆਪ ਬੈਠੇ ਹੋ ਨਾ,
ਇਹ ਵੀ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਿਲੀ ਹੈ। ਜੇ ਆਪਾਂ ਗੁਰਦੁਆਰੇ ਆਏ ਹਾਂ, ਆਪਾਂ ਨਹੀਂ ਆਏ, ਇਹ ਉਹਨੇ ਬਖਸ਼ਿਸ਼ ਕਰ ਦਿੱਤੀ ਹੈ। ਇਸ ਕਰਕੇ ਐਸੇ ਮਾਲਕ ਵਾਹਿਗੁਰੂ ਦਾ ਸਦਾ ਧੰਨਵਾਦ ਕਰੀਏ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।